ਹੈਲੋ ਅਤੇ ਇਸ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਇਸ ਸੈਸ਼ਨ ਵਿੱਚ ਅਸੀਂ ਲੌਜਿਕ ਫੰਕਸ਼ਨਸ ਤੇ ਧਿਆਨ ਦਿੰਦੇ ਹੋਏ ਐਡਵਾਂਸ ਲੌਜਿਕ ਆਈਸੀਜ਼ ਬਾਰੇ ਚਰਚਾ ਕਰਾਂਗੇ। ਇਹ ਆਈਸੀ ਡਿਜੀਟਲ ਸਰਕਟ ਦੇ ਵਿਸ਼ਲੇਸ਼ਣ ਅਤੇ ਡਿਜ਼ਾਈਨ ਕਰਨ ਲਈ ਮੁੱਖ ਤੱਤਾਂ ਦੀ ਤਰ੍ਹਾਂ ਕੰਮ ਕਰਦੇ ਹਨ। ਉਦੇਸ਼ ਇਸ ਸੈਸ਼ਨ ਦੇ ਅੰਤ 'ਚ ਤੁਸੀਂ ਇਹ ਕਰ ਸਕੋਗੇ। ਐਡਵਾਂਸ ਲੌਜਿਕ ਆਈਸੀਜ਼ ਦੀ ਅਤੇ ਉਹਨਾਂ ਦੇ ਕਾਰਜਾਂ ਦੀ ਪਛਾਣ ਕਰਨਾ। ਯੂਨੀਵਰਸਲ ਲੌਜਿਕ ਗੇਟਸ। ਡਿਜੀਟਲ ਇਲੈਕਟ੍ਰੋਨਿਕਸ 'ਚ ਯੂਨੀਵਰਸਲ ਲੌਜਿਕ ਗੇਟਸ ਇੱਕ ਬੁਨਿਆਦੀ ਤੌਰ ਤੇ ਕੰਮ ਕਰਦੇ ਨੇ। ਇਹ ਗੇਟ ਬਹੁਤ ਹੀ ਬਹੁਮੁਖੀ ਅਤੇ ਮਹੱਤਵਪੂਰਨ ਨੇ ਕਿਉਂਕਿ ਇਹਨਾਂ ਨੂੰ ਵਰਤ ਕੇ ਹੋਰ ਕਿਸਮ ਦੇ ਲੌਜਿਕ ਗੇਟਸ ਜਾਂ ਸਰਕਿਟ ਬਣਾਏ ਜਾ ਸਕਦੇ ਨੇ। ਇੱਥੇ ਯੂਨੀਵਰਸਲ ਲੌਜਿਕ ਗੇਟਸ ਦੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਨੇ। ਬਹੁਪੱਖਤਾ। ਯੂਨੀਵਰਸਲ ਲੌਜਿਕ ਗੇਟਸ ਦੀ ਮੁੱਖ ਵਿਸ਼ੇਸ਼ਤਾ ਉਹਨਾਂ ਦੀ ਬਹੁਪੱਖਤਾ ਹੈ। ਤੁਸੀਂ ਇਹਨਾਂ ਨੂੰ ਕਿਸੇ ਹੋਰ ਤਰਕ ਗੇਟ ਦੇ ਵਾਂਗ ਬਣਾਉਣ ਲਈ ਵੱਖ-ਵੱਖ ਤਰੀਕਿਆਂ ਨਾਲ ਜੋੜ ਸਕਦੇ ਹੋ, ਜਿਵੇਂ ਕਿ ਐਂਡ, ਔਰ ਅਤੇ ਨਾਟ ਗੇਟਸ। ਇਹ ਔਖੇ ਡਿਜੀਟਲ ਸਰਕਿਟ ਨੂੰ ਡਿਜ਼ਾਈਨ ਕਰਨ 'ਚ ਬਹੁਤ ਮਦਦ ਕਰਦਾ ਹੈ। ਸਰਕਿਟ ਡਿਜ਼ਾਈਨ ਨੂੰ ਆਸਾਨ ਬਣਾਉਣਾ। ਯੂਨੀਵਰਸਲ ਲੌਜਿਕ ਗੇਟਸ ਦੀ ਵਰਤੋਂ ਕਰਕੇ ਇਲੈਕਟ੍ਰੋਨਿਕ ਸਰਕਿਟ ਨੂੰ ਆਸਾਨੀ ਨਾਲ ਡਿਜ਼ਾਈਨ ਕੀਤਾ ਜਾ ਸਕਦਾ ਹੈ। ਵੱਖ-ਵੱਖ ਕਿਸਮਾਂ ਦੇ ਕਾਫੀ ਸਾਰੇ ਗੇਟਸ ਦੀ ਬਜਾਏ ਇੱਕ ਸਰਕਿਟ ਡਿਜ਼ਾਈਨਰ ਕੇਵਲ ਇੱਕ ਕਿਸਮ ਦੇ ਯੂਨੀਵਰਸਲ ਲੌਜਿਕ ਗੇਟ ਦੀ ਵਰਤੋਂ ਕਰਕੇ ਲੋੜੀਂਦੀ ਕਾਰਜਸ਼ੀਲਤਾ ਪ੍ਰਾਪਤ ਕਰ ਸਕਦਾ ਹੈ। ਇਸ ਨਾਲ ਆਸਾਨ ਨਿਰਮਾਣ ਅਤੇ ਸੰਭਾਵੀ ਕੀਮਤ ਦੀ ਵੀ ਬਚਤ ਹੋ ਸਕਦੀ ਹੈ। ਸਰਕਿਟ ਨੂੰ ਬਣਾਉਣ 'ਚ ਕੁਸ਼ਲਤਾ। ਵਿਹਾਰਿਕ ਰੂਪ 'ਚ ਜੇਕਰ ਇੱਕ ਸਿੰਗਲ ਕਿਸਮ ਦੇ ਗੇਟ ਨਾਲ ਇੱਕ ਸਰਕਿਟ ਬਣਾਇਆ ਜਾਵੇ ਤਾਂ ਇਹ ਜ਼ਿਆਦਾ ਵਧੀਆ ਹੋ ਸਕਦਾ ਹੈ। ਇਹ ਇੱਕ ਸਰਕਿਟ ਬੋਰਡ ਦੇ ਵੱਖ-ਵੱਖ ਹਿੱਸਿਆਂ ਦੇ ਲੇਆਊਟ ਤੇ ਆਪਸ 'ਚ ਕਨੈਕਸ਼ਨ ਦੀ ਗੁੰਝਲਤਾ ਨੂੰ ਘਟਾਉਂਦਾ ਹੈ। ਵਿਦਿਅਕ ਅਤੇ ਸਿਧਾਂਤਕ ਮਹੱਤਵ। ਵਿਦਿਅਕ ਸੈਟਿੰਗਾਂ 'ਚ ਯੂਨੀਵਰਸਲ ਲੌਜਿਕ ਗੇਟਸ ਅਤੇ ਸਰਕਿਟ ਡਿਜ਼ਾਈਨ ਦੀਆਂ ਬੁਨਿਆਦੀ ਗੱਲਾਂ ਸਿਖਾਉਣ ਲਈ ਮਹੱਤਵਪੂਰਨ ਨੇ। ਉਹ ਦੱਸਦੇ ਨੇ ਕਿ ਕਿਵੇਂ ਵੱਖ-ਵੱਖ ਲੌਜੀਕਲ ਫੰਕਸ਼ਨ ਦਾ ਨਿਰਮਾਣ ਜਾਂ ਆਪਸ 'ਚ ਸੰਬੰਧ ਬਣਾਇਆ ਜਾ ਸਕਦਾ ਹੈ। ਯੂਨੀਵਰਸਲ ਲੌਜਿਕ ਗੇਟਸ ਦੋ ਤਰ੍ਹਾਂ ਦੇ ਹੁੰਦੇ ਨੇ, ਨੈਂਡ ਅਤੇ ਨੌਰ ਗੇਟਸ। ਨੈਂਡ ਲੌਜਿਕ ਗੇਟਸ ਲਈ ਇੰਟੀਗ੍ਰੇਟਿਡ ਸਰਕਿਟ। ਨੈਂਡ ਗੇਟ, ਨੌਟ ਗੇਟ ਅਤੇ ਐਂਡ ਗੇਟ ਦਾ ਇੱਕ ਕੰਬੀਨੇਸ਼ਨ ਹੈ। ਦੂਜੇ ਸ਼ਬਦਾਂ 'ਚ ਨੈਂਡ ਗੇਟ ਐਂਡ ਗੇਟ ਦਾ ਇੱਕ ਉਲਟ ਹੈ। ਇਸ ਨੂੰ ਨੈਂਡ ਕਿਹਾ ਜਾਂਦਾ ਹੈ ਕਿਉਂਕਿ ਐਂਡ ਦਾ ਅਰਥ ਹੈ ਨੌਟ, ਭਾਵ ਨੌਟ ਐਂਡ ਗੇਟ। ਦੋ ਜਾਂ ਦੋ ਤੋਂ ਵੱਧ ਇਨਪੁਟਸ ਲਈ ਨੈਂਡ ਗੇਟ ਸਿਰਫ ਤਾਂ ਹੀ ਹਾਈ ਆਊਟਪੁੱਟ ਦਿੰਦਾ ਹੈ ਜੇਕਰ ਇਨਪੁਟਸ ਵਿੱਚ ਇੱਕ ਲੋ ਹੋਵੇ। ਇਹ ਨੈਂਡ ਗੇਟ ਦਾ ਸਿੰਬਲ ਹੈ। ਨੈਂਡ ਗੇਟ ਬੂਲੀਅਨ ਐਕਸਪ੍ਰੈਸ਼ਨ ਐਂਡ ਦੇ ਬਿਲਕੁਲ ਉਲਟ ਦਰਸਾਇਆ ਗਿਆ ਹੈ। y = ab ਪਾਰ। ਨੈਂਡ ਗੇਟ ਲਈ IC 7400 ਵਰਤਿਆ ਜਾਂਦਾ ਹੈ। IC 7400 ਇੱਕ ਕੁਆਡ 2 ਇਨਪੁਟ ਨੈਂਡ ਗੇਟ ਚਿਪ ਹੈ, ਜਿਸ ਦਾ ਮਤਲਬ ਹੈ ਕਿ ਇਸ ਵਿੱਚ 4 ਸੁਤੰਤਰ ਨੈਂਡ ਗੇਟ ਨੇ। ਇੱਕ ਪੱਕੇ ਤੌਰ ਤੇ 14 ਪਿਨ ਪੈਕੇਜ ਵਿੱਚ ਆਉਂਦਾ ਹੈ। ਇੱਥੇ IC 7400 ਦੀ ਪਿਨ ਦੀ ਸੰਰਚਨਾ ਹੈ। ਪਿਨ 1 ਅਤੇ ਪਿਨ 2 ਪਹਿਲੇ ਨੈਂਡ ਗੇਟ ਲਈ ਇਨਪੁਟ ਨੇ। ਇਸ ਦੀ ਪਿਨ 3 ਤੇ ਆਊਟਪੁੱਟ ਹੁੰਦੀ ਹੈ। ਦੂਜੇ ਨੈਂਡ ਗੇਟ ਦੀ ਪਿਨ 4 ਅਤੇ 5 ਤੇ ਇਨਪੁਟ ਹੁੰਦੀ ਹੈ ਅਤੇ ਇਸ ਦੀ ਆਊਟਪੁੱਟ ਪਿਨ 6 ਤੇ ਹੈ। ਤੀਜੇ ਨੈਂਡ ਗੇਟ ਲਈ ਪਿਨ 9 ਅਤੇ ਪਿਨ 10 ਇਨਪੁਟਸ ਵਜੋਂ ਕੰਮ ਕਰਦੇ ਨੇ, ਜਦੋਂ ਕਿ ਪਿਨ 8 ਆਊਟਪੁੱਟ ਹੈ। ਚੌਥੇ ਨੈਂਡ ਗੇਟ 'ਚ ਪਿਨ 12 ਅਤੇ 13 ਇਨਪੁਟਸ ਦੇ ਰੂਪ 'ਚ ਹੁੰਦੇ ਨੇ ਅਤੇ ਪਿਨ 11 ਆਊਟਪੁੱਟ ਹੈ। ਪਿਨ 7 ਗਰਾਊਂਡ ਨਾਲ ਜੁੜੀ ਹੁੰਦੀ ਹੈ। ਪਿਨ 14 ਸਪਲਾਈ ਵਜੋਂ VCC ਨਾਲ ਜੁੜੀ ਹੁੰਦੀ ਹੈ, ਜੋ ਕਿ ਖਾਸ ਤੌਰ ਤੇ +5 ਵੋਲਟ ਹੁੰਦੀ ਹੈ। ਨੌਰ ਲੌਜਿਕ ਆਪਰੇਸ਼ਨ ਲਈ ਇੰਟੀਗ੍ਰੇਟਿਡ ਸਰਕਿਟ। ਨੌਰ ਗੇਟ ਔਰ ਗੇਟ ਦਾ ਉਲਟ ਹੈ, ਜੋ ਨੌਟ ਗੇਟ ਅਤੇ ਔਰ ਗੇਟ ਦਾ ਜੋੜ ਹੈ। ਇਸ ਨੂੰ ਨੌਰ ਕਿਹਾ ਜਾਂਦਾ ਹੈ ਕਿਉਂਕਿ ਐਨ ਦਾ ਅਰਥ ਹੈ ਨੌਟ, ਭਾਵ ਨੌਟ ਔਰ ਗੇਟ। ਦੋ ਜਾਂ ਦੋ ਤੋਂ ਵੱਧ ਇਨਪੁਟਸ ਲਈ ਨੌਰ ਗੇਟ ਇੱਕ ਹਾਈ ਆਊਟਪੁੱਟ ਪੈਦਾ ਕਰਦਾ ਹੈ ਜੇਕਰ ਸਿਰਫ ਦੋਵੇਂ ਇਨਪੁਟਸ ਲੋ ਨੇ। ਇੱਥੇ ਇਹ ਨੌਰ ਗੇਟ ਦਾ ਸਿੰਬਲ ਹੈ। ਨੌਰ ਗੇਟ ਬੂਲੀਅਨ ਐਕਸਪ੍ਰੈਸ਼ਨ ਨੂੰ ਔਰ ਦੇ ਉਲਟ ਦਰਸਾਇਆ ਗਿਆ ਹੈ। ਇਸ ਨੂੰ ਇਸ ਤਰ੍ਹਾਂ ਦਰਸਾਇਆ ਗਿਆ ਹੈ, y = a + b ਪਾਰ। ਨੌਰ ਗੇਟ ਲਈ IC 7402 ਵਰਤਿਆ ਜਾਂਦਾ ਹੈ। IC 7402 ਇੱਕ ਕੁਆਡ 2 ਇਨਪੁਟ ਨੌਰ ਗੇਟ ਚਿਪ ਹੈ, ਮਤਲਬ ਇਸ ਵਿੱਚ 4 ਸੁਤੰਤਰ ਨੌਰ ਗੇਟ ਨੇ
ਅਤੇ ਇਹ ਪੱਕੇ ਤੌਰ ਤੇ 14 ਪਿਨ ਪੈਕੇਜ ਵਿੱਚ ਆਉਂਦਾ ਹੈ। ਪਿਨ 2 ਅਤੇ 3 ਪਹਿਲੇ NOR ਗੇਟ ਲਈ ਇਨਪੁਟ ਨੇ ਅਤੇ ਪਿਨ 1 ਇਸ ਦਾ ਆਊਟਪੁੱਟ ਹੈ। ਦੂਜਾ NOR ਗੇਟ ਪਿਨ 5 ਅਤੇ 6 ਨੂੰ ਇਨਪੁਟ ਦੇ ਤੌਰ ਤੇ ਵਰਤਦਾ ਹੈ, ਪਿਨ 4 ਨੂੰ ਆਊਟਪੁੱਟ ਦੇ ਤੌਰ ਤੇ ਵਰਤਦਾ ਹੈ। ਤੀਜੇ NOR ਗੇਟ ਲਈ ਪਿਨ 8 ਅਤੇ ਪਿਨ 9 ਇਨਪੁਟਸ ਵਜੋਂ ਕੰਮ ਕਰਦੇ ਨੇ ਅਤੇ ਪਿਨ 10 ਆਊਟਪੁੱਟ ਹੈ। ਚੌਥਾ NOR ਗੇਟ ਪਿਨ 11 ਅਤੇ 12 ਨੂੰ ਇਨਪੁਟਸ ਵਜੋਂ ਵਰਤਦਾ ਹੈ ਅਤੇ ਪਿਨ 13 ਨੂੰ ਇਸ ਦੇ ਆਊਟਪੁੱਟ ਵਜੋਂ ਵਰਤਦਾ ਹੈ। ਪਿਨ 7 ਗਰਾਊਂਡ ਨਾਲ ਜੁੜੀ ਹੁੰਦੀ ਹੈ। ਪਿਨ 14 ਸਪਲਾਈ ਵੋਲਟੇਜ VCC ਨਾਲ ਜੁੜੀ ਹੁੰਦੀ ਹੈ, ਖਾਸ ਤੌਰ ਤੇ ਇਹ +5 ਵੋਲਟ ਹੁੰਦੀ ਹੈ। XOR ਲੌਜਿਕ ਆਪਰੇਸ਼ਨਸ ਦੇ ਲਈ ਇੰਟੀਗ੍ਰੇਟਿਡ ਸਰਕਟ। XOR ਗੇਟ ਵਿੱਚ 2 ਜਾਂ 2 ਤੋਂ ਵੱਧ ਇਨਪੁਟ ਹੁੰਦੀਆਂ ਨੇ, ਪਰ ਇੱਕ ਸਿੰਗਲ ਆਊਟਪੁੱਟ ਹੁੰਦੀ ਹੈ। ਜੇਕਰ ਦੋਵੇਂ ਇਨਪੁਟਸ ਇੱਕੋ ਲੌਜਿਕ A is not is equal to B ਤੇ ਨਹੀਂ ਨੇ, ਤਾਂ XOR ਗੇਟ ਇੱਕ ਉੱਚ ਆਊਟਪੁੱਟ ਪੈਦਾ ਕਰਦਾ ਹੈ। ਇਹ ਇਸ ਦਾ ਸਿੰਬਲ ਹੈ। XOR ਗੇਟ ਲਈ IC 7486 ਵਰਤਿਆ ਜਾਂਦਾ ਹੈ। IC 7486 ਇੱਕ ਕੁਆਡ 2 ਇਨਪੁਟ XOR ਗੇਟ ਹੈ। ਇਸ ਵਿੱਚ 4 2 ਇਨਪੁਟ XOR ਗੇਟ ਸ਼ਾਮਿਲ ਨੇ। ਇਹ ਪੱਕੇ ਤੌਰ ਤੇ 14 ਪਿਨ ਪੈਕੇਜ ਵਿੱਚ ਆਉਂਦਾ ਹੈ। ਆਓ 7486 IC ਦੀ ਪਿਨ ਦੀ ਸੰਰਚਨਾ ਵੇਖੀਏ। ਪਿਨ 1 ਅਤੇ 2 ਪਹਿਲੇ XOR ਗੇਟ ਲਈ ਇਨਪੁਟ ਨੇ। ਪਿਨ 3 ਇਸ ਦੇ ਆਊਟਪੁੱਟ ਦੇ ਰੂਪ 'ਚ ਕੰਮ ਕਰਦੀ ਹੈ। ਦੂਜਾ XOR ਗੇਟ ਪਿਨ 4 ਅਤੇ 5 ਨੂੰ ਇਨਪੁਟ ਦੇ ਤੌਰ ਤੇ ਅਤੇ ਪਿਨ 6 ਨੂੰ ਆਊਟਪੁੱਟ ਦੇ ਤੌਰ ਵਜੋਂ ਵਰਤਦਾ ਹੈ। ਤੀਜੇ XOR ਗੇਟ ਲਈ ਪਿਨ 9 ਅਤੇ 10 ਇਨਪੁਟਸ ਵਜੋਂ ਕੰਮ ਕਰਦੀਆਂ ਨੇ ਅਤੇ ਪਿਨ 8 ਤੇ ਆਊਟਪੁੱਟ ਆਉਂਦੀ ਹੈ। ਚੌਥੇ XOR ਗੇਟ ਵਿੱਚ ਪਿਨ 12 ਅਤੇ 13 ਇਨਪੁਟਸ ਦੇ ਰੂਪ 'ਚ ਨੇ ਅਤੇ ਪਿਨ 11 ਇਸ ਦੇ ਆਊਟਪੁੱਟ ਦੇ ਰੂਪ 'ਚ ਹੈ। ਪਿਨ 7 ਗਰਾਊਂਡ ਨਾਲ ਜੁੜੀ ਹੋਈ ਹੈ। ਪਿਨ 14 ਸਪਲਾਈ ਵੋਲਟੇਜ VCC ਨਾਲ ਜੁੜਿਆ ਹੁੰਦਾ ਹੈ, ਜੋ ਕਿ ਆਮ ਤੌਰ ਤੇ +5 ਵੋਲਟ ਹੁੰਦਾ ਹੈ। XNOR ਗੇਟ ਲਈ IC। XNOR ਗੇਟ ਵਿੱਚ 2 ਜਾਂ 2 ਤੋਂ ਵੱਧ ਇਨਪੁਟ ਹੁੰਦੀਆਂ ਨੇ, ਪਰ ਇੱਕ ਸਿੰਗਲ ਆਊਟਪੁੱਟ ਹੁੰਦੀ ਹੈ। ਜੇਕਰ ਦੋਵੇਂ ਇਨਪੁਟਸ ਇੱਕੋ ਲੌਜਿਕ ਲੈਵਲ A is equal to B ਤੇ ਨੇ, ਤਾਂ XNOR ਗੇਟ ਇੱਕ ਹਾਈ ਆਊਟਪੁੱਟ ਦਿੰਦਾ ਹੈ। ਇਹ XNOR ਗੇਟ ਦਾ ਸਿੰਬਲ ਹੈ। ਇਹ XNOR ਗੇਟ ਦੇ ਲਈ ਬੂਲੀਅਨ ਐਕਸਪ੍ਰੈਸ਼ਨ ਹੈ, ਜਿੱਥੇ ਇਹ ਸਿੰਬਲ XOR ਆਪਰੇਸ਼ਨ ਨੂੰ ਦਰਸਾਉਂਦਾ ਹੈ ਅਤੇ ਓਵਰਲਾਈਨ NOT ਆਪਰੇਸ਼ਨ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਆਊਟਪੁੱਟ ਇਨਪੁਟਸ ਤੇ XOR ਦਾ ਨੇਗੇਸ਼ਨ ਹੈ। XNOR ਗੇਟ ਲਈ IC 74266 ਵਰਤਿਆ ਜਾਂਦਾ ਹੈ। IC 74266 ਕੁਆਡ 2 ਇਨਪੁਟ ਐਕਸਕਲੂਸਿਵ NOR ਅਤੇ XNOR ਗੇਟ ਹੈ। ਇਸ ਦਾ ਮਤਲਬ ਹੈ ਕਿ ਇਸ ਵਿੱਚ ਇੱਕ ਸਿੰਗਲ IC ਪੈਕੇਜ ਦੇ ਅੰਦਰ 4 XNOR ਗੇਟ ਨੇ ਅਤੇ ਹਰੇਕ ਗੇਟ 'ਚ 2 ਇਨਪੁਟਸ ਨੇ। ਆਓ ਇਸ ਦੀ ਪਿਨ ਸੰਰਚਨਾ ਨੂੰ ਦੇਖੀਏ। ਪਿਨ 1 ਅਤੇ ਪਿਨ 2 ਇਹ ਪਹਿਲੇ XNOR ਗੇਟ ਲਈ ਇਨਪੁਟਸ ਨੇ। ਇਸ ਗੇਟ ਦੀ ਆਊਟਪੁੱਟ ਪਿਨ 3 ਤੇ ਲਈ ਜਾਂਦੀ ਹੈ। ਪਿਨ 5 ਅਤੇ ਪਿਨ 6 ਇਹ ਪਿਨ ਦੂਜੇ XNOR ਗੇਟ ਲਈ ਇਨਪੁਟ ਵਜੋਂ ਕੰਮ ਕਰਦੇ ਨੇ। ਇਸ ਦੇ ਆਊਟਪੁੱਟ ਪਿਨ 4 ਤੇ ਹੁੰਦੇ ਨੇ। ਪਿਨ 8 ਅਤੇ ਪਿਨ 9 ਇਹ IC 'ਚ ਤੀਜੇ XNOR ਗੇਟ ਲਈ ਇਨਪੁਟਸ ਨੇ ਤੇ ਇਸ ਦਾ ਆਊਟਪੁੱਟ ਪਿਨ 10 ਤੇ ਹੋ ਸਕਦਾ ਹੈ। ਪਿਨ 12 ਅਤੇ ਪਿਨ 13 ਪਿਨ 11 ਤੇ ਦਿੱਤੀ ਗਈ ਆਊਟਪੁੱਟ ਦੇ ਨਾਲ ਇਹ ਚੌਥੇ XNOR ਗੇਟ ਲਈ ਇਨਪੁਟ ਦੇ ਤੌਰ ਤੇ ਕੰਮ ਕਰਦੇ ਨੇ। ਪਿਨ 7 ਇਹ ਗਰਾਊਂਡ ਪਿਨ ਹੈ। ਇਹ ਪਾਵਰ ਸਪਲਾਈ ਦੇ ਨੈਗੇਟਿਵ ਪਾਸੇ ਨਾਲ ਜੁੜਿਆ ਹੋਇਆ ਹੈ। ਪਿਨ 14 ਇਹ VCC ਜਾਂ ਪਾਵਰ ਸਪਲਾਈ ਪਿਨ ਹੈ। ਇਹ ਪਾਵਰ ਸਪਲਾਈ 2 ਪੋਜ਼ਿਟਿਵ ਪਾਸੇ ਨਾਲ ਜੁੜਿਆ ਹੋਇਆ ਹੈ, ਖਾਸ ਤੌਰ ਤੇ 74266 ਵਰਗੇ TTL ICs ਲਈ ਪੋਜ਼ਿਟਿਵ 5 ਵੋਲਟ ਹੁੰਦੀ ਹੈ। ਇਹ ਸਾਨੂੰ ਇਸ ਸੈਸ਼ਨ ਦੇ ਅੰਤ ਵਿੱਚ ਲਿਆਉਂਦਾ ਹੈ। ਇਸ ਸੈਸ਼ਨ ਵਿੱਚ ਅਸੀਂ ਇਹ ਸਿੱਖਿਆ ਹੈ ਐਡਵਾਂਸਡ ਲੌਜਿਕ ਗੇਟਸ ICs ਅਤੇ ਉਹਨਾਂ ਦੇ ਕਾਰਜਾਂ ਦੀ ਪਛਾਣ ਕਰਨਾ। ਡਿਜੀਟਲ ਸਿਸਟਮ ਨੂੰ ਦਿਲੋਂ ਸਿੱਖਣ ਦੇ ਇਸ ਸਫ਼ਰ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਹੈ। ਅਸੀਂ ਤੁਹਾਨੂੰ ਅਗਲੇ ਸੈਸ਼ਨ ਵਿੱਚ ਮਿਲਾਂਗੇ।